सत श्री अकाल प्यारे विद्यार्थियों, स्वागत है तुहाडा RGC बोड़ावाल दी ऑनलाइन क्लासां दे विच। MA पंजाबी भाग दूजा दा पेपर सूफी ते वीर काव्य। इहदे मैं तुहाडे नाल सिलेबस बारे गल कीती सी कि दो आपां इस सिलेबस दा हिस्सा सूफी करांगे जो ने शाह हुसैन ते बुल्ले शाह, ते दो आपां वीर काव्य नाल संबंधित रचनावां ने जिहड़ियां चंडी दी वार ते जंगनामा ਸਿੰਘਾਂ ਤੇ ਫਰੰਗੀਆਂ ਦਾ ਇਹ ਆਪਾਂ ਕਰਾਂਗੇ। परंतु उस तो पहला ऊड़े भाग ਦੇ ਵਿੱਚ कुछ प्रश्न करांगे जो मध्यकाली काव्य सिद्धांत ਦੇ अधीन ਸਾਡੇ सिलेबस ਦਾ ਹਿੱਸਾ ਨੇ। ਉਹਦੇ ਵਿੱਚੋਂ मैं इस्लाम ਦੇ ਧਰਮ ਦੇ ਮੁੱਖ 5 ਥੰਮ ਕਿਹੜੇ ਆ ਉਹਨਾਂ ਬਾਰੇ ਗੱਲ ਕਰਾਂਗਾ। ਵੈਸੇ ਇਸਲਾਮ ਧਰਮ ਦੇ ਵਿੱਚ ਕਾਫੀ ਜਿਹੜੇ ਆ ਮੰਨੇ ਜਾਂਦੇ ਆ, ਕਾਫੀ ਚੀਜ਼ਾਂ ਜਿਹੜੀਆਂ ਮੰਨੀਆਂ ਜਾਂਦੀਆਂ ਜਿਹੜੀਆਂ ਕਰਨੀਆਂ ਇੱਕ ਮੁਸਲਿਮ ਦੇ ਲਈ ਜ਼ਰੂਰੀ ਨੇ, परंतु ਉਹਨਾਂ ਦੇ ਮੇਨ ਮੁੱਖ 5 ਥੰਮ ਕਿਹੜੇ ਆ ਜਿਨ੍ਹਾਂ ਨੂੰ ਹਰ ਮੁਸਲਿਮ ਨਹੀਂ ਨਕਾਰ ਸਕਦਾ, ਉਹ ਕਰਨੇ ਹੀ ਪੈਂਦੇ ਆ, ਫਿਰ ਹੀ ਪੱਕਾ ਮੁਸਲਿਮ ਕਹਾਉਣ ਦੇ ਹੱਕਦਾਰ ਹੈ, ਫਿਰ ਹੀ ਧਰਮ ਦੇ ਵਿੱਚ ਦਾਖਲ ਹੋਣ ਦੇ ਹੱਕਦਾਰ ਹੈ। ਉਹਨਾਂ 5 ਥੰਮਾਂ ਦੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਾਂਗਾ। ਇਸਲਾਮ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਤੇ ਬਹੁਤ ਪੁਰਾਣਾ ਧਰਮ ਹੈ। ਇਸ ਧਰਮ ਦੇ ਸੰਸਥਾਪਕ ਨੇ ਜੋ ਹਜ਼ਰਤ ਮੁਹੰਮਦ ਜੀ, ਉਹਨਾਂ ਨੂੰ ਮੰਨ ਲਿਆ ਜਾਂਦਾ। ਪਿਆਰੇ ਵਿਦਿਆਰਥੀਓ, ਜਿਵੇਂ ਤੁਸੀਂ ਸਿੱਖ ਧਰਮ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀਆਂ ਨੂੰ ਜਿਹੜਾ ਹੈ ਮੋਢੀ ਮੰਨਦੇ ਹੋ, ਉਸੇ ਤਰ੍ਹਾਂ ਇਸਲਾਮ ਧਰਮ ਦੇ ਵਿੱਚ ਜੇਕਰ ਕਿਸੇ ਮੋਢੀ ਨੂੰ ਮੰਨਣਾ ਹੋਵੇ ਤਾਂ ਉਹ ਇਹ ਧਰਮ ਦੇ ਸੰਸਥਾਪਕ ਹਜ਼ਰਤ ਮੁਹੰਮਦ ਜੀ ਨੇ। ਠੀਕ, ਤਾਂ ਇਹਨਾਂ ਦੇ 5 ਥੰਮ ਬਾਰੇ ਗੱਲ ਕਰਾਂਗਾ। ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਆਉਂਦਾ ਹੈ ਕੁਰਾਨ ਸ਼ਰੀਫ। ਕੁਰਾਨ ਸ਼ਰੀਫ ਜਿਹੜੀ ਕਿ ਪਵਿੱਤਰ ਗ੍ਰੰਥ ਹੈ। ਜਿਵੇਂ ਸਿੱਖ ਧਰਮ ਦੇ ਵੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਉਂਦਾ ਹੈ, ਉਸੇ ਤਰ੍ਹਾਂ ਕੁਰਾਨ ਸ਼ਰੀਫ ਮੁਸਲਿਮ ਧਰਮ ਮੁਸਲਿਮ ਲੋਕਾਂ ਦੇ ਵਿੱਚ ਇਸਲਾਮ ਧਰਮ ਦੇ ਵਿੱਚ ਸਾਡੇ ਕੋਲ ਆਉਂਦੀ ਹੈ ਕੁਰਾਨ ਸ਼ਰੀਫ। ਮੁਸਲਮਾਨਾਂ ਦਾ ਇੱਕ ਪਵਿੱਤਰ ਗ੍ਰੰਥ ਹੈ ਜਿਸ ਵਿੱਚ ਮੁਸਲਮਾਨਾਂ ਦੇ ਰੱਬੀ ਕਲਾਮ ਦਰਜ ਕੀਤੇ ਹਨ। ਇਸ ਗ੍ਰੰਥ ਵਿੱਚ ਕੁੱਲ 144 ਸੂਰੇ ਜਾਣੀ ਕਾਂਡ ਕਹਿ ਸਕਦੇ ਹੋ ਤੁਸੀਂ। 114 ਜਿਹੜੇ ਨੇ ਉਹ ਕਾਂਡ ਨੇ, 114, ਜਿਨ੍ਹਾਂ ਵਿੱਚੋਂ 93 ਸੂਰਿਆਂ ਦਾ ਅਵਸ਼ੇਸ਼ ਜਿਹੜਾ ਹੈ ਮੱਕੇ ਵਿਖੇ ਹੋਇਆ ਹੈ, ਅਤੇ 21 ਜਿਹੜੇ ਕਾਂਡ ਨੇ ਉਹ ਮਦੀਨੇ ਵਿਖੇ ਮੰਨਿਆ ਜਾਂਦਾ ਵੀ ਉੱਥੇ ਹੋਏ। ਤਾਂ ਪਹਿਲਾ ਇਹ ਕਲਾਮ ਖਜੂਰ ਦੀਆਂ ਸ਼ਾਖਾਵਾਂ, ਸਫੈਦ ਪਤਲੇ ਪੱਥਰਾਂ ਦੀਆਂ ਸ਼ਿਲਾਵਾਂ, ਚੌੜੀਆਂ ਹੱਡੀਆਂ ਉੱਤੇ ਲਿਖਿਆ ਮਿਲਦਾ ਹੈ, ਜਾਂ ਫਿਰ ਵੱਖ-ਵੱਖ ਤਰ੍ਹਾਂ ਦੇ ਹਾਫਿਜ਼ਾਂ ਦੇ ਦਿਮਾਗਾਂ ਵਿੱਚ ਮੌਜੂਦ ਸੀ। ਹਾਫਿਜ਼ ਕਹਿ ਦਿੰਦੇ ਪਾਠਕ ਨੂੰ, ਕਹਿ ਲਓ ਵੀ ਮੂੰਹੋਂ ਮੂੰਹੀ ਜਿਹੜਾ ਇਹ ਚੱਲਦਾ ਆਇਆ ਉਹ ਦਿਮਾਗਾਂ 'ਚ ਮੌਜੂਦ ਸੀ। ਕਹਿਣ ਤੋਂ ਭਾਵ ਇਹਨਾਂ ਨੇ ਕੁਰਾਨ ਸ਼ਰੀਫ ਦੇ ਇਹ ਕਲਾਮ ਯਾਦ ਕੀਤਾ ਹੋਇਆ ਸੀ। ਜਦ ਜਮਾਮਾ ਦਾ ਯੁੱਧ ਹੋਇਆ ਤਾਂ ਇਸ ਧਰਮ ਯੁੱਧ ਵਿੱਚ 70 ਤੋਂ ਜ਼ਿਆਦਾ ਹਾਫਿਜ਼ ਮਰੇ, ਜਿਸ ਕਰਕੇ ਹਜ਼ਰਤ ਉਮਰ ਨੂੰ ਇਹ ਚਿੰਤਾ ਹੋਣ ਲੱਗੀ ਕਿ ਇਹਨਾਂ ਹਾਫਿਜ਼ਾਂ ਦੇ ਨਾਲ ਕੁਰਾਨ ਸ਼ਰੀਫ ਦੀ ਸਾਰੀ ਸਮੱਗਰੀ ਵੀ ਨਸ਼ਟ ਹੋ ਜਾਵੇਗੀ। ਕਿਉਂਕਿ ਕਲੀਅਰ ਹੀ ਹੈ, ਇੱਕ ਮਾਈਂਡ ਦੇ ਵਿੱਚ ਗੱਲ ਸੈੱਟ ਹੈ, ਉਹ ਰੱਬੀ ਬਾਣੀ ਉਹਨਾਂ ਦੇ ਦਿਮਾਗਾਂ 'ਚ ਹੀ ਸੈੱਟ ਸੀ, ਪਰੰਤੂ ਲਿਖਤੀ ਦੇ ਵਿੱਚ ਉਹਨਾਂ ਦਾ ਕਿਤੇ ਵੀ ਕੁਝ ਨਹੀਂ ਸੀ। ਤਾਂ ਇਸ ਕਰਕੇ ਇਸ ਨੂੰ ਕਿਤਾਬੀ ਸ਼ਕਲ ਦੇਣ ਦਾ ਫੈਸਲਾ ਜਿਹੜਾ ਹੈ ਉਹ ਲਿਆ ਗਿਆ। ਤਾਂ ਇਹ ਕੰਮ ਉਹਨਾਂ ਨੇ ਜ਼ੈਦ ਬਿਨ ਸਾਬਿਤ ਨੂੰ ਦਿੱਤਾ, ਜਿਨ੍ਹਾਂ ਨੇ ਹਜ਼ਰਤ ਮੁਹੰਮਦ ਦੀ ਹਾਜ਼ਰੀ ਵਿੱਚ ਰਹਿਣ ਵਾਲੇ ਅਤੇ ਉਹਨਾਂ ਦੇ ਆਦੇਸ਼ਾਂ ਨੂੰ ਲਿਪੀਬੱਧ ਕਰਨ ਵਾਲੇ ਲਿਖਾਰੀ ਸਨ। ਜ਼ੈਦ ਬਿਨ ਸਾਬਿਤ ਇਹ ਕੁਰਾਨ ਸ਼ਰੀਫ ਜਿਹੜਾ ਇਹਨਾਂ ਦਾ ਲਿਖਤੀ 'ਚ ਕਰਨ ਵਾਲਾ ਲਿਖਾਰੀ ਸੀ। ਨੈਕਸਟ ਹੈ ਨਮਾਜ਼। ਨਮਾਜ਼ ਅਦਾ ਕਰਨਾ। ਪਿਆਰੇ ਵਿਦਿਆਰਥੀਓ, ਇਹ ਜਿਹੜਾ ਹੈ ਮੁਸਲਿਮ ਧਰਮ ਦੇ ਵਿੱਚ 5 ਟਾਈਮ ਜਿਹੜਾ ਨਮਾਜ਼ ਅਦਾ ਕਰਨਾ ਜ਼ਰੂਰੀ ਹੈ। ਜਿਵੇਂ ਕਿ ਵੈਸੇ ਤਾਂ ਇਹਨਾਂ ਦੇ ਉਹ ਸਮਿਆਂ ਦੇ ਨਾਮ ਅਲੱਗ-ਅਲੱਗ ਨੇ, ਮੈਂ ਉਹ ਵੀ ਦੱਸਾਂਗਾ, ਪਰੰਤੂ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂ ਤਾਂ ਸੁਬਾਹ ਮੂੰਹ ਹਨੇਰੇ ਜੇ ਇੱਕ ਇਹਨਾਂ ਦਾ ਪਹਿਲਾ ਸਮਾਂ ਹੈ, ਉਦੋਂ ਨਮਾਜ਼ ਅਦਾ ਕੀਤੀ ਜਾਂਦੀ ਹੈ। ਫਿਰ ਦੁਪਹਿਰ, ਫਿਰ ਬਾਅਦ ਦੁਪਹਿਰ, ਸ਼ਾਮ ਜੇ ਨੂੰ, ਫਿਰ ਸੂਰਜ ਡੁੱਬਣ ਦਾ ਸਮਾਂ 6-6:30 ਦੇ ਲਗਭਗ, ਫਿਰ ਰਾਤ ਨੂੰ ਜਿਹੜਾ ਹੈ ਇਹ ਨਮਾਜ਼ ਅਦਾ ਕੀਤੀ ਜਾਂਦੀ ਹੈ। ਪੂਰੇ ਦਿਨ ਦੇ ਵਿੱਚ 5 ਵਾਰ ਨਮਾਜ਼ ਜਿਹੜੀ ਹੈ ਉਹ ਅਦਾ ਕੀਤੀ ਜਾਂਦੀ ਹੈ। ਤਾਂ ਇਹਦੇ ਵਿੱਚ ਜਿਹੜਾ ਸਾਡਾ ਸਵੇਰ ਦਾ ਸਮਾਂ ਹੈ ਉਸ ਨੂੰ ਫਜਰ ਕਿਹਾ ਹੈ, ਦੁਪਹਿਰ ਦੇ ਸਮੇਂ ਨੂੰ ਜ਼ੋਹਰ ਕਿਹਾ ਹੈ, ਫਿਰ ਬਾਅਦ ਦੁਪਹਿਰ ਦੇ ਨੂੰ ਅਸਰ ਕਿਹਾ ਹੈ, ਸੂਰਜ ਡੁੱਬਣ ਦੇ ਨੂੰ ਮਗਰਿਬ ਕਿਹਾ ਹੈ, ਅਤੇ ਰਾਤ ਦੇ ਨੂੰ
ਈਸਾ ਕਿਹਾ ਹੈ। ਇਹ ਸ਼ਬਦ ਜਿਹੜੇ ਪੰਜੇ ਇਹਨਾਂ ਦੀ ਆਪਣੀ ਭਾਸ਼ਾ ਦੇ ਵਿੱਚ ਵਰਤੇ ਗਏ ਨੇ। ਆਮ ਤੌਰ 'ਤੇ ਨਮਾਜ਼ ਪੜ੍ਹਨ ਦੇ ਸਮੇਂ ਦਾ ਪਤਾ ਮਸਜਿਦ ਵਿੱਚ ਮੁੱਲਾ ਬਾਂਗ ਵੀ ਦਿੰਦਾ ਹੈ। ਜਿਹੜਾ ਹੈ ਉਹਨਾਂ ਦਾ ਇੱਕ ਸਪੀਕਰ ਲੱਗਾ ਹੁੰਦਾ ਹੈ ਹਰ ਇੱਕ ਮਸਜਿਦ ਦੇ ਉੱਤੇ, ਤਾਂ ਉਹ ਬਾਂਗ ਵੀ ਦਿੰਦਾ ਹੈ ਤਾਂ ਜੋ ਘਰਾਂ 'ਚ ਬੈਠੇ ਮੁਸਲਿਮ ਦੇ ਜਿਹੜਾ ਹੈ ਚੇਤੇ ਆ ਸਕੇ ਕਿ ਉਹਨਾਂ ਨੇ ਨਮਾਜ਼ ਅਦਾ ਕਰਨੀ ਹੈ। ਉਹ ਬਾਂਗ ਦੇ ਕੇ ਦਿੱਤਾ ਜਾਂਦਾ ਹੈ। ਜ਼ਿਆਦਾਤਰ ਮੁਸਲਮਾਨ ਮਸਜਿਦ 'ਚ ਜਾ ਕੇ ਵੀ ਨਮਾਜ਼ ਪੜ੍ਹਦੇ ਨੇ, ਜ਼ਿਆਦਾਤਰ ਮਸਜਿਦ ਚਲੇ ਜਾਂਦੇ ਨੇ। ਉੱਥੇ ਮੁਸਲਮਾਨ ਇੱਕ ਇਮਾਮ ਪਿੱਛੇ ਲੱਗ ਕੇ ਸਿੱਧੀਆਂ ਸਿੱਧੀਆਂ ਪੰਗਤਾਂ 'ਚ ਬੈਠ ਕੇ ਨਮਾਜ਼ ਪੜ੍ਹਦੇ ਨੇ। ਇਹ ਪਿਕ ਦੇ ਵਿੱਚ ਵੀ ਤੁਸੀਂ ਜਿਹੜਾ ਹੈ ਉਹ ਸਥਿਤੀ ਦੇਖੀ ਤਾਂ ਬਹਿ ਕੇ ਨਮਾਜ਼ ਪੜ੍ਹਦੇ ਨੇ। ਵੈਸੇ ਜੇਕਰ ਨਮਾਜ਼ ਦਾ ਸਮਾਂ ਹੋ ਰਿਹਾ ਹੋਵੇ ਤਾਂ ਮੁਸਲਮਾਨ ਕਿਤੇ ਵੀ ਕਿਸੇ ਵੀ ਹਾਲਾਤ 'ਚ ਹੋਵੇ, ਬੇਸ਼ੱਕ ਸਫ਼ਰ ਕਿਉਂ ਨਾ ਕਰਦਾ ਹੋਵੇ। ਮੈਂ ਜ਼ਿਆਦਾਤਰ ਖੁਦ ਟ੍ਰੇਨਾਂ ਦੇ ਵਿੱਚ ਇਹ ਗੱਲ ਜਿਹੜਾ ਹੈ ਦੇਖਿਆ, 2-2 3-3 ਦਿਨਾਂ ਦਾ ਮੈਂ ਸਫ਼ਰ ਟ੍ਰੇਨ ਦੇ ਵਿੱਚ ਕਰਦਾ ਸੀ ਤਾਂ ਉੱਥੇ ਜਦ ਇਹਨਾਂ ਦਾ ਸਮਾਂ ਹੋ ਜਾਂਦਾ ਸੀ ਤਾਂ ਟ੍ਰੇਨ ਦੇ ਵਿੱਚ ਹੀ ਆਪਣਾ ਇਹ ਜਿਹੜਾ ਮਸੱਲਾ, ਉਹ ਕੱਪੜਾ ਜਿਹੜਾ ਉਹਨੂੰ ਕੱਪੜਾ ਕਿਹਾ ਜਾਂਦਾ, ਮਸੱਲਾ ਕਿਹਾ ਜਾਂਦਾ ਸ਼ਬਦ, ਉਹਨੂੰ ਵਿਛਾ ਕੇ ਆਪਣੀ ਨਮਾਜ਼ ਅਦਾ ਇਹ ਕਰਦੇ ਸੀ। ਉਹਨੂੰ ਬੜਾ ਪਵਿੱਤਰ ਮੰਨਦੇ ਸੀ ਉਸ ਨਮਾਜ਼ ਉਹਨੂੰ, ਮਸੱਲੇ ਨੂੰ। ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਰੀਆਂ ਨਮਾਜ਼ ਦੇ ਵਿੱਚ ਤੁਸੀਂ ਰੱਖ ਸਕਦੇ ਹੋ। ਨੈਕਸਟ ਸਾਡੇ ਕੋਲ ਹੈ ਜ਼ਕਾਤ। ਮੈਂ ਪਿਕ ਦੇ ਵਿੱਚ ਦਿਖਾਇਆ ਤੁਹਾਨੂੰ, ਇੱਕ ਗੱਲਾ ਲੱਗਿਆ ਉਹਦੇ ਵਿੱਚ ਇੱਕ ਪੈਸੇ ਪਾਏ ਜਾ ਰਹੇ ਨੇ, ਇਹ ਕਿਸੇ ਵਿਅਕਤੀ ਦੁਆਰਾ ਜ਼ਕਾਤ। ਜਿਵੇਂ ਸਿੱਖ ਧਰਮ ਦੇ ਵਿੱਚ ਕਿਹਾ ਜਾਂਦਾ ਕਿ ਦਸਵਾਂ ਦਸੌਣ ਦਾ ਕੱਢਣਾ, ਉਸੇ ਤਰ੍ਹਾਂ ਮੁਸਲਿਮ ਧਰਮ ਦੇ ਵਿੱਚ ਵੀ ਜ਼ਕਾਤ ਕੱਢਣਾ ਜਿਹੜਾ ਹੈ ਉਹ ਹਰ ਮੁਸਲਮਾਨ ਦੇ ਲਈ ਮਾਇਨੇ ਰੱਖਦਾ। ਪਰ ਕਾਫੀ ਲੋਕਾਂ ਦਾ ਵਿਚਾਰ ਹੈ, ਕਾਫੀ ਜਿਹੜੇ ਮੁਸਲਿਮ ਧਰਮ ਨਾਲ ਸੰਬੰਧਿਤ ਲੋਕਾਂ ਦਾ ਵਿਚਾਰ ਹੈ ਕਿ ਇਸ ਤਰ੍ਹਾਂ ਨਹੀਂ ਕਹਿ ਕੇ ਗਏ ਸੀ ਸਾਡੇ ਗੁਰੂ ਸਾਹਿਬਾਨ। ਉਹ ਇਹ ਕਹਿ ਕੇ ਗਏ ਸੀਗੇ ਕਿ ਜਿਹੜੇ ਮੁਸਲਿਮ ਚੰਗਾ ਖਾਣ ਪੀਣ ਕਰਦੇ ਹੋਣ, ਜਿਹੜੇ ਮੁਸਲਿਮਾਂ ਦੇ ਚੰਗੇ ਘਰ ਹੋਣ, ਗਹਿਣੇ ਦੀ ਵੀ ਸ਼ਾਇਦ ਕੋਈ ਲਿਮਟ ਸੀਗੀ ਵੀ ਇੰਨੇ ਤੋਲੇ ਜੇਕਰ ਘਰ ਦੇ ਵਿੱਚ ਹਨ, ਜੇਕਰ ਉਹ ਇਸ ਤਰ੍ਹਾਂ ਹੈ ਤਾਂ ਉਹ ਜ਼ਕਾਤ ਕੱਢ ਦੱਸ ਸਕਦਾ ਹੈ। ਅਦਰਵਾਈਜ਼ ਹਰ ਇੱਕ ਮੁਸਲਿਮ ਦੇ ਲਈ ਜ਼ਕਾਤ ਕੱਢਣਾ ਕੋਈ ਜ਼ਰੂਰੀ ਨਹੀਂ ਆ। ਪਰੰਤੂ ਜ਼ਿਆਦਾਤਰ ਜ਼ਕਾਤ ਕੱਢਦੇ ਆ, ਆਪਣੀ ਕਮਾਈ 'ਚੋਂ ਕੁਛ ਹਿੱਸਾ ਕੱਢਣਾ ਉਹਨੂੰ ਜ਼ਕਾਤ ਕਿਹਾ ਜਾਂਦਾ। ਹੱਜ ਜੋ ਹਰ ਇੱਕ ਮੁਸਲਿਮ ਲਈ ਕਰਨਾ ਜ਼ਰੂਰੀ ਹੈ। ਦੁਨੀਆ ਭਰ ਦੇ ਵਿੱਚ ਜਿੰਨੇ ਵੀ ਮੁਸਲਮਾਨ ਨੇ ਉਹ ਸਭ ਆਪਣਾ ਜੀਵਨ ਦੇ ਵਿੱਚ ਇੱਕ ਵਾਰ ਮੱਕੇ ਦੀ ਜਿਹੜੀ ਹੈ ਉੱਥੇ ਉਹਨਾਂ ਦੇ ਉੱਥੇ ਕਾਬੇ ਦਾ ਹੱਜ ਕਰਨ ਦਾ ਉਹਨਾਂ ਨੂੰ ਹੁਕਮ ਹੈ। ਜਿਹੜੇ ਮੁਸਲਮਾਨ ਹੱਜ ਕਰਨ ਜਾਂਦੇ ਨੇ ਉਹਨਾਂ ਨੂੰ ਹਾਜੀ ਕਿਹਾ ਜਾਂਦਾ। ਉਹਨਾਂ ਉੱਥੇ ਇੱਕ ਪੱਥਰ ਲੱਗਿਆ ਹੈ ਕਾਲੇ ਰੰਗ ਦਾ, ਉਹ ਪੱਥਰ ਹੈ ਉਹਦੀ ਪਰਿਕਰਮਾ ਵੀ ਕਰਦੇ ਆ। ਮੈਂ ਪਿਕ ਦੇ ਵਿੱਚ ਵੀ ਉਹ ਚੀਜ਼ ਦਿਖਾਈ ਕਿ ਉਹ ਪੱਥਰ ਹੈ ਵਿਚਾਲੇ ਕਾਲੇ ਰੰਗ ਦਾ, ਉਹਦੀ ਪਹਿਲਾਂ ਪਰਿਕਰਮਾ ਹੁੰਦੇ ਆ, ਫਿਰ ਉਸ ਨੂੰ ਚੁੰਮਦੇ ਆ ਉਹ ਪੱਥਰ ਨੂੰ। ਉਹ ਉਹਨਾਂ ਦਾ ਮੰਨਣਾ ਹੈ ਕਿ ਪੱਥਰ ਨੂੰ ਚੁੰਮ ਕੇ ਮਨੁੱਖ ਦੇ ਸਾਰੇ ਪਾਪ ਕਰਮ ਜਿਹੜੇ ਕੱਟੇ ਜਾਂਦੇ ਆ, ਦੋਜ਼ਖ ਤੋਂ ਬਚਾਅ ਹੁੰਦਾ। ਦੋਜ਼ਖ ਜਿਹੜਾ ਨਰਕ ਸ਼ਬਦ ਵਰਤ ਲੈਂਦੇ ਅਸੀਂ, ਨਰਕ ਅਤੇ ਸੁਰਗ ਦੋ ਸ਼ਬਦ ਵਰਤ ਲੈਂਦੇ ਹਾਂ। ਜਿਹੜਾ ਦੋਜ਼ਖ ਸ਼ਬਦ ਹੈ ਉਹ ਨਰਕ ਦੇ ਲਈ ਵਰਤਿਆ ਗਿਆ ਹੈ, ਤਾਂ ਕਰਕੇ ਉਸ ਚੀਜ਼ ਤੋਂ ਬਚਾਅ ਹੁੰਦਾ ਅਤੇ ਜੀਵਨ ਦੇ ਵਿੱਚ ਜਿਹੜਾ ਹੈ ਖੁਸ਼ਹਾਲ ਜੀਵਨ ਅਸੀਂ ਬਤੀਤ ਕਰਦੇ ਹਾਂ, ਇਹ ਉਹਨਾਂ ਦਾ ਮੰਨਣਾ ਹੈ। ਫਿਰ ਕਲਮਾ। ਹਰ ਇੱਕ ਮੁਸਲਿਮ ਜਦ ਇੱਕ ਦੂਜੇ ਨੂੰ ਮਿਲਦੇ ਹੈ ਤਾਂ ਉਹ ਆਪਣਾ ਆਪਣਾ ਕਲਮਾ ਅਦਾ ਕਰਦੇ। ਜਿਵੇਂ ਸਿੱਖ ਧਰਮ ਦੇ ਵਿੱਚ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇੱਕ ਦੂਜੇ ਨੂੰ ਜਦੋਂ ਮਿਲਦੇ ਆ ਤਾਂ ਉਹ ਇਹ ਚੀਜ਼ ਕਰਦੇ ਆ। ਅੱਡੋ ਅੱਡ ਧਰਮਾਂ ਦੇ ਵਿੱਚ ਹੈ, ਜਿਵੇਂ ਹਿੰਦ ਧਰਮ ਦੇ ਵਿੱਚ ਜੈ ਸ਼੍ਰੀ ਕ੍ਰਿਸ਼ਨਾ ਜਿਹੜਾ ਹੈ ਕਹਿ ਦਿੱਤਾ ਜਾਂਦਾ, ਜੈ ਸ਼੍ਰੀ ਰਾਮ ਕਹਿ ਦਿੱਤਾ ਜਾਂਦਾ। ਇਸੇ ਤਰ੍ਹਾਂ ਮੁਸਲਿਮ ਧਰਮ ਦੇ ਵਿੱਚ ਵੀ ਇੱਕ ਕਲਮਾ ਹੈ, ਇੱਕ ਵਾਕ ਹੈ, ਉਹਨੂੰ ਉਚਾਰਨਾ ਜ਼ਰੂਰੀ ਹੈ। ਲਾ ਇਲਾਹਾ ਇਲ ਅੱਲਾਹ ਮੁਹੰਮਦ ਰਸੂਲ ਅੱਲਾਹ। ਇਹਦਾ ਅਰਥ ਹੈ ਕਿ ਨਹੀਂ ਹੈ ਕੋਈ ਰੱਬ ਸਿਵਾਏ ਅੱਲਾ ਦੇ, ਅੰਤ ਮੁਹੰਮਦ ਅੱਲਾਹ ਦਾ ਸੰਦੇਸ਼ ਵਾਕ ਸੁਨੇਹਾ ਲਾਉਣ ਵਾਲਾ ਹੈ। ਇਹ ਇਹਦਾ ਜਿਹੜਾ ਹੈ ਕਿ ਲਾ ਇਲਾਹਾ ਇਲ ਅੱਲਾਹ ਮੁਹੰਮਦ ਰਸੂਲ ਅੱਲਾਹ। ਉਦੋਂ ਬਾਅਦ ਹੈ ਜਿਹੜਾ ਕਿ ਇੱਥੇ ਸ਼ਬਦ ਰੋਣਾ ਜਿਹੜਾ ਹੈ ਉਹ ਮੈਥੋਂ ਪ੍ਰਿੰਟ ਹੋਇਆ, ਪਰ ਰੋਜ਼ਾ ਇੱਥੇ ਸ਼ਬਦ ਰੋਜ਼ਾ ਆਵੇਗਾ, ਬਹੁਤ ਵੱਡੀ ਮਿਸਟੇਕ ਹੈ, ਮੈਂ ਕੋਸ਼ਿਸ਼ ਕਰਾਂਗਾ ਸੈੱਟ ਕਰਨ ਦੀ। ਰੋਜ਼ਾ ਸ਼ਬਦ ਜਿਹੜਾ ਇੱਥੇ ਰੱਖਿਆ ਜਾਂਦਾ, ਤਾਂ ਵਰਤ ਜਿਵੇਂ ਆਪਾਂ ਰੱਖ ਲੈਂਦੇ ਹਾਂ ਆਮ, ਉਹਦੇ ਵਿੱਚ ਵਰਤ ਰੱਖ ਲਏ ਜਾਂਦੇ ਆ, ਉਵੇਂ ਰੋਜ਼ੇ ਰੱਖੇ ਜਾਂਦੇ ਆ। ਤਾਂ
ਹਿੰਦੂਆਂ ਵਾਂਗ ਮੁਸਲਿਮ ਦੇ ਵਿੱਚ ਵੀ ਪਵਿੱਤਰ ਵਰਤ ਰੱਖਣ ਦਾ ਰਿਵਾਜ ਹੈ। ਇਸ ਵਰਤ ਦਾ ਜਾਂ ਰੋਜ਼ੇ ਰਮਜ਼ਾਨ ਦੇ ਪਵਿੱਤਰ ਮਹੀਨੇ ਰੱਖੇ ਜਾਂਦੇ ਆ, ਜਿਸ ਮਹੀਨੇ ਵਿੱਚ ਹਜ਼ਰਤ ਮੁਹੰਮਦ ਨੂੰ ਆਕਾਸ਼ ਤੇ ਰੱਬੀ ਦੇ ਦਰਸ਼ਨ ਹੋਏ ਸੀ। ਰਮਜ਼ਾਨ ਦਾ ਪਵਿੱਤਰ ਮਹੀਨਾ ਮੰਨਿਆ ਜਾਂਦਾ। ਕਹਿੰਦੇ ਇਸ ਦਿਨ ਇਹਨਾਂ ਦੇ ਮੋਢੀ ਹਜ਼ਰਤ ਮੁਹੰਮਦ ਨੂੰ ਰੱਬੀ ਬਾਣੀ ਦੇ ਜਿਹੜੇ ਹੈ ਦਰਸ਼ਨ ਹੋਏ ਸੀ। ਇਸ ਘਟਨਾ ਨੂੰ ਸਾਰੀ ਨੂੰ ਮਿਰਾਜ ਆਖਿਆ ਜਾਂਦਾ ਹੈ। ਇਹ ਰੋਜ਼ੇ ਹਰ ਰੋਜ਼ ਦਿਨ ਚੜ੍ਹਨ ਤੋਂ ਦਿਨ ਡੁੱਬਣ ਤੱਕ ਇਹਨਾਂ ਦਿਨਾਂ ਵਿੱਚ ਕੁਝ ਖਾਧਾ ਤੇ ਪੀਤਾ ਵੀ ਨਹੀਂ ਜਾਂਦਾ, ਨਾ ਹੀ ਭੋਗ ਵਿਲਾਸ ਜਾਂ ਕੋਈ ਹੋਰ ਮੰਦਾ ਕੰਮ ਕਰਨ ਦੀ ਆਗਿਆ ਹੁੰਦੀ ਹੈ। ਉਸ ਤੋਂ ਬਾਅਦ ਹੈ ਹਦੀਸ। ਹਦੀਸ ਜਿਹੜਾ ਹੈ ਉਹ ਆਪਣਾ ਹਜ਼ਰਤ ਮੁਹੰਮਦ ਦੇ ਨਾਲ ਵਿਚਰਨ ਵਾਲੇ ਲੋਕਾਂ ਜਾਂ ਸਮਕਾਲੀਆਂ ਜਾਂ ਉਹਦੇ ਪੈਰਲਰ ਜਿਹੜੇ ਲੋਕ ਚੱਲੇ ਸਮਕਾਲੀਆਂ ਵੱਲੋਂ ਬਿਆਨ ਕੀਤੇ ਹਜ਼ਰਤ ਮੁਹੰਮਦ ਦੇ ਅਮਲਾਂ ਅਤੇ ਕਥਨਾਂ ਨੂੰ ਕਹਿੰਦੇ ਨੇ ਹਦੀਸ। ਉਹਨਾਂ ਦੇ ਜਿਹੜੇ ਅਮਲ ਨੇ ਜਾਂ ਉਹਨਾਂ ਦੁਆਰਾ ਦਿੱਤੇ ਹੋਏ ਕਥਨ ਨੇ ਉਹਨਾਂ ਨੂੰ ਹਦੀਸ ਸ਼ਬਦ ਵਰਤ ਲਿਆ ਜਾਂਦਾ ਹੈ। ਹਦੀਸਾਂ ਦੀ ਰੌਸ਼ਨੀ ਵਿੱਚ ਵੀ ਮੁਸਲਿਮ ਧਰਮ ਦੇ ਬਹੁਤ ਸਾਰੇ ਪਾਠ ਪੂਜਾ ਰਹਿਣੀ ਬਹਿਣੀ ਹੋਰ ਕਾਰਜਾਂ ਨਾਲ ਸੰਬੰਧਿਤ ਨੇਮ ਬਣਾਏ ਹੁੰਦੇ ਆ। ਸੁਨਨਤ ਹਜ਼ਰਤ ਮੁਹੰਮਦ ਦੇ ਕਥਨਾਂ ਤੇ ਕਾਰਜਾਂ ਨੂੰ ਕਹਿੰਦੇ ਆ। ਹਦੀਸ ਦੀਆਂ ਕਈ ਕਿਸਮਾਂ ਨੇ, ਜਿਵੇਂ ਸਹੀ, ਹਸਨ, ਜ਼ਈਫ, ਮੌਕੂਫ, ਮਕਤੂ, ਗਰੀਬ, ਅਨੋਖੀਆ, ਮੌਜ਼ੂ, ਮਨਘੜਤ ਆਦਿ। ਇਹ ਜਿਹੜੇ ਹੈ ਹਦੀਸ ਦੀਆਂ ਅੱਗੇ ਕਿਸਮਾਂ ਨੇ। ਵੈਸੇ ਤੁਸੀਂ ਆਮ ਲਿਖ ਸਕਦੇ ਹੋ ਕਿ ਹਜ਼ਰਤ ਮੁਹੰਮਦ ਦੇ ਨਾਲ ਵਿਚਰਨ ਵਾਲੇ ਲੋਕ ਜਾਂ ਸਮਕਾਲੀਆਂ ਵੱਲੋਂ ਬਿਆਨ ਕੀਤੇ ਉਹਨਾਂ ਦੇ ਕਥਨਾਂ ਨੂੰ ਹਦੀਸ ਕਿਹਾ ਜਾਂਦਾ ਹੈ। ਨੈਕਸਟ ਹੈ ਹਸ਼ਰ। ਹਸ਼ਰ ਇੱਕ ਦਿਵਸ ਹੈ, ਇੱਕ ਦਿਹਾੜਾ ਹੈ। ਜਿਵੇਂ ਹੋਰ ਤੁਸੀਂ ਦਿਵਸ ਮਨਾਉਂਦੇ ਹੋ ਉਸੇ ਤਰ੍ਹਾਂ ਹਸ਼ਰ ਵੀ ਇੱਕ ਦਿਵਸ ਤੇ ਮੁਸਲਿਮ ਦਿਹਾੜਾ ਹੈ, ਜਿਸ ਨੂੰ ਸਾਰੇ ਮੁਸਲਮਾਨ ਕਿਆਮਤ ਦਾ ਦਿਨ ਵੀ ਕਹਿੰਦੇ ਆ। ਇਸਲਾਮ ਧਰਮ ਦੇ ਵਿੱਚ ਹਰ ਮੁਸਲਮਾਨ ਨੂੰ ਇਸ ਵਿੱਚ ਵਿਸ਼ਵਾਸ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ। ਮੁਸਲਮਾਨਾਂ ਅਨੁਸਾਰ ਇਹ ਇੱਕ ਦਿਨ ਜ਼ਰੂਰ ਆਏਗਾ ਜਦ ਸਾਰਿਆਂ ਦੇ ਕਰਮਾਂ ਦਾ ਹਿਸਾਬ ਹੋਵੇਗਾ। ਇਸ ਦਿਨ ਦਾ ਫਰਿਸ਼ਤਾ ਇਸਰਾਫੀਲ ਇੱਕ ਸ਼ੰਖ ਵਜਾਏਗਾ, ਜਿਸ ਦੀ ਆਵਾਜ਼ ਨਾਲ ਮੁਰਦੇ ਕਬਰਾਂ ਵਿੱਚੋਂ ਉੱਠ ਕੇ ਪੈਣਗੇ ਤੇ ਜਿਉਂਦੇ ਬੰਦੇ ਮਰ ਜਾਣਗੇ। ਤਾਂ ਚੰਗੇ ਕਰਮਾਂ ਵਾਲਿਆਂ ਨੂੰ ਸਵਰਗ ਜਾਨੀ ਜੰਨਤ ਨਸੀਬ ਹੋਵੇਗੀ, ਜਿਨ੍ਹਾਂ ਦੇ ਮਾੜੇ ਕਰਮ ਹੋਣਗੇ ਉਹ ਦੋਜ਼ਖ ਜਾਨੀ ਨਰਕ ਦੇ ਵਿੱਚ ਸੜਨਗੇ, ਉਹਨਾਂ ਨੂੰ ਨਰਕ ਪ੍ਰਾਪਤ ਹੋਵੇਗਾ ਤੇ ਜਮਾਂ ਦੀ ਮਾਰ ਜਿਹੜੀ ਹੈ ਉਹ ਸਹਿਣੀ ਪਵੇਗੀ। ਸਵਰਗਾਂ ਵਿੱਚ ਜਾਣ ਵਾਲੇ ਨੂੰ ਜਵਾਨ ਹੂਰਾਂ ਦੀ ਸੰਗਤ ਮੰਨਣਗੇ ਤੇ ਐਸ਼ ਆਰਾਮ ਨੂੰ ਮੰਨਣਗੇ। ਇਸ ਲਾਈਨ ਦੇ ਉੱਤੇ ਜਿਹੜਾ ਹੈ ਕਾਫੀ ਚੱਲ ਰਿਹਾ ਹੈ ਕਿ ਹੂਰਾਂ ਦਾ ਇਸ ਤਰ੍ਹਾਂ ਕੋਈ ਸਿਸਟਮ ਨਹੀਂ, ਪਰੰਤੂ ਚਲੋ ਆਪਾਂ ਇਸ ਚੀਜ਼ ਤੋਂ ਨਹੀਂ ਉਹ ਕਰਨਾ। ਕਿਸੇ ਵੀ ਕਾਫਿਰ ਨੂੰ ਭਾਵੇਂ ਉਹਦੇ ਜੀਵਨ ਵਿੱਚ ਚੰਗੇ ਕਰਮ ਕੀਤੇ ਹੋਣ ਪਰ ਖੁਦਾ ਦੀ ਬੰਦਗੀ ਨਹੀਂ ਕੀਤੀ, ਉਹ ਦੋਜ਼ਖ ਦਾ ਹੀ ਅਧਿਕਾਰੀ ਹੈ। ਇਹ ਹਸ਼ਰ ਦਾ ਜਿਹੜਾ ਦਿਹਾੜਾ ਹੈ ਉਹ ਦਿਨ ਨਾਲ ਰਿਲੇਟਡ ਸਾਰੀ ਉਹ ਚੀਜ਼ ਚੱਲਦੀ ਹੈ। ਫਿਰ ਹੈ ਜਿਹਾਦ। ਜਿਹਾਦ ਇੱਕ ਤਰ੍ਹਾਂ ਦਾ ਧਰਮ ਯੁੱਧ ਹੈ ਜੋ ਇਸਲਾਮ ਦੇ ਪ੍ਰਚਾਰ ਪ੍ਰਸਾਰ ਤੇ ਧਰਮ ਦੀ ਰੱਖਿਆ ਲਈ ਕਾਫਰਾਂ ਨਾਲ ਲੜਿਆ ਜਾਂਦਾ ਹੈ। ਜਿਹੜੇ ਵਿਅਕਤੀ ਇਸ ਯੁੱਧ ਵਿੱਚ ਹਿੱਸਾ ਲੈਂਦੇ ਹਨ ਉਹਨਾਂ ਨੂੰ ਮੁਜਾਹਿਦ ਕਿਹਾ ਜਾਂਦਾ ਹੈ। ਕਾਫਰਾਂ ਨਾਲ ਲੜਨ ਵਾਲਿਆਂ ਨੂੰ ਗਾਜ਼ੀ ਵੀ ਕਹਿ ਦਿੱਤਾ ਜਾਂਦਾ। ਕਹਿੰਦੇ ਕਿ ਜਿਹਾਦ ਵਿੱਚ ਮੁਹੰਮਦ ਸਾਹਿਬ ਨੇ ਆਪ ਹਿੱਸਾ ਲਿਆ ਸੀ ਤੇ ਉਹ ਗਜ਼ਵਾ ਅਖਵਾਏ ਸੀ। ਕਾਫਿਰਾਂ ਦੇ ਇਲਾਕਿਆਂ ਨੂੰ ਦਾਰ ਉਲ ਹਰਫ ਕਹਿੰਦੇ ਨੇ ਤੇ ਇਸਲਾਮੀ ਖੇਤਰ ਨੂੰ ਦਾਰ ਉਲ ਇਸਲਾਮ ਵੀ ਕਿਹਾ ਜਾਂਦਾ। ਨਿਰਾਕਾਰ ਰੱਬ ਦਾ ਸੰਕਲਪ। ਇਸਲਾਮ ਵਿੱਚ ਇੱਕ ਨਿਰਾਕਾਰ ਰੱਬ ਨੂੰ ਮੰਨਣ ਦਾ ਹੁਕਮ ਹੈ, ਜਿਸ ਨੂੰ ਤੌਹੀਦ ਆਖਦੇ ਨੇ। ਪਰਮਾਤਮਾ ਨੂੰ ਮੰਨਣ ਦਾ ਹੁਕਮ ਹੈ, ਜਿਸ ਨੂੰ ਤੌਹੀਦ ਆਖਿਆ ਜਾਂਦਾ ਹੈ। ਇਸ ਰੱਬ ਦੇ ਦਰਸ਼ਨ ਕੇਵਲ ਨੂਰ ਦੀ ਸ਼ਕਲ ਦੇ ਵਿੱਚ ਹੀ ਹੁੰਦੇ ਹਨ। ਇੱਕ ਰੌਸ਼ਨੀ ਰੱਬੀ ਨੂਰ ਉਹਦੀ ਸ਼ਕਲ ਦੇ ਵਿੱਚ ਹੀ ਹੁੰਦੇ ਹਨ। ਇਸ ਰੱਬੀ ਨੂਰ ਨੂੰ ਤੂਰ ਪਹਾੜ 'ਤੇ ਹਜ਼ਰਤ ਮੂਸਾ ਨੇ ਵੇਖ ਕੇ ਗਸ਼ ਖਾਧੀ ਸੀ। ਇਸ ਰੱਬ ਜਾਂ ਅੱਲਾਹ ਦੇ ਉਸ ਦੇ ਗੁਣਾਂ ਅਨੁਸਾਰ 99 ਨਾਮ ਬਿਆਨੇ ਗਏ ਆ, ਜਿਹਦੇ ਵਿੱਚੋਂ ਕੁਝ ਕੁ ਨਾਮ ਜਿਹੜੇ ਹੈ ਰਹਿਮਾਨ, ਰਹੀਮ, ਕਰੀਮ, ਜਿਹੜਾ ਹੈ ਅਜ਼ੀਜ਼, ਜਵਾਬ, ਖਾਲਿਕ, ਇਹ ਜਿਹੜੇ ਨਾਮ ਹੈ ਉਸ ਪਰਮਾਤਮਾ ਦੇ ਨੇ। ਤਾਂ ਅਖੀਰ ਸਾਡੇ ਕੋਲੇ ਪੁਆਇੰਟ ਬਚਿਆ ਕਿ ਫਰਿਸ਼ਤਿਆਂ ਦੀ ਹੋਂਦ ਨੂੰ ਸਵੀਕਾਰਨਾ। ਮੁਸਲਿਮ ਧਰਮ ਦੇ ਵਿੱਚ ਜਿਹੜਾ ਹੈ, ਇਸਲਾਮ ਧਰਮ ਵਿੱਚ ਫਰਿਸ਼ਤਿਆਂ ਦੀ ਹੋਂਦ ਨੂੰ ਸਵੀਕਾਰ ਕੀਤਾ ਗਿਆ ਹੈ।
ਇਹ ਫਰਿਸ਼ਤੇ ਰੱਬ ਦੇ ਸੰਦੇਹਵਾਹਕ ਹੁੰਦੇ ਹਨ। ਵੱਖੋ ਵੱਖ ਇਹਨਾਂ ਦੀ ਡਿਊਟੀ ਹੁੰਦੀ ਹੈ। ਇਸਲਾਮ ਵਿੱਚ ਇਹਨਾਂ ਨੂੰ ਮਲਕਾ ਕਹਿ ਕੇ ਪੁਕਾਰਿਆ ਜਾਂਦਾ ਹੈ। ਜਿਸ ਫਰਿਸ਼ਤੇ ਇਹ ਫਰਿਸ਼ਤੇ ਕਈ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਦਾ ਨਾਮ ਸਮੇਤ ਵੇਰਵਾ ਹੈ ਕਿ ਸਭ ਤੋਂ ਪਹਿਲਾਂ ਹੈ ਜਬਰੀਲ। ਇਹਦਾ ਕੰਮ ਹੁੰਦਾ ਹੈ ਉਹ ਰੱਬੀ ਸੁਨੇਹਾ, ਉਹ ਰੱਬੀ ਪੈਗਾਮ, ਉਹਦੇ ਪੈਗੰਬਰਾਂ ਜਾਂ ਰਸੂਲਾਂ ਨੂੰ ਰੱਬੀ ਸੁਨੇਹਾ ਦੇਣਾ, ਜਬਰੀਲ। ਫਿਰ ਹੈ ਮੈਕਾਈਲ, ਇਹ ਜਿਹੜਾ ਹੈ ਰੋਜੀ ਰੋਟੀ ਦਿੰਦਾ ਹੈ। ਫਿਰ ਇਸਰਾਫੀਲ, ਇਹ ਹਸ਼ਰ ਦੇ ਦਿਹਾੜੇ ਸ਼ੰਖ ਵਜਾਉਣ ਵਾਲਾ ਫਰਿਸ਼ਤਾ ਹੈ। ਫਿਰ ਇਜ਼ਰਾਈਲ, ਇਹ ਲੋਕਾਂ ਦਿਆਂ ਜਿਸਮਾਂ ਵਿੱਚੋਂ ਮਿੱਥੇ ਸਮੇਂ 'ਤੇ ਰੂਹਾਂ ਕੱਢਣ ਵਾਲਾ ਫਰਿਸ਼ਤਾ ਹੈ, ਇਸ ਲਈ ਇਸ ਨੂੰ ਮਲਕ ਉਲ ਮੌਤ ਵੀ ਕਹਿ ਦਿੱਤਾ ਜਾਂਦਾ ਹੈ। ਕਾਫੀ ਫਰਿਸ਼ਤਿਆਂ ਦਾ ਜ਼ਿਕਰ ਜਿਹੜਾ ਹੈ ਇਹਦੇ ਵਿੱਚ ਆਉਂਦਾ ਹੈ। ਫਿਰ ਅਜ਼ਾਜ਼ੀਲ, ਇਹ ਅਜ਼ਾਜ਼ੀਲ ਅਜਿਹਾ ਫਰਿਸ਼ਤਾ ਹੈ ਜਿਸ ਨੇ ਰੱਬ ਦੇ ਕਹਿਣ ਨੂੰ ਆਦਮ ਨੂੰ ਸਜਦਾ ਨਹੀਂ ਕੀਤਾ ਸੀ। ਇਸ ਨੂੰ ਸ਼ੈਤਾਨ ਵੀ ਕਹਿ ਦਿੰਦੇ ਆ। ਹੁਕਮ ਨਾ ਮੰਨਣ ਕਰਕੇ ਰੱਬ ਨੇ ਇਸ ਨੂੰ ਧੁਤਕਾਰ ਦਿੱਤਾ ਸੀ। ਤਦ ਤੋਂ ਇਸ ਦਾ ਕੰਮ ਰੱਬ ਦੇ ਚੰਗੇ ਬੰਦਿਆਂ ਨੂੰ ਮੰਦੇ ਰਾਹਾਂ 'ਤੇ ਪਾਉਣਾ ਹੈ। ਅਜ਼ਾਜ਼ੀਲ ਇਹ ਵੀ ਇੱਕ ਫਰਿਸ਼ਤੇ ਦੇ ਵਿੱਚ ਹੀ ਆ ਜਾਂਦਾ ਹੈ, ਪਰੰਤੂ ਇਹ ਫਰਿਸ਼ਤਿਆਂ ਦੇ ਕੰਮ ਜਿਹੜੇ ਹੈ ਹੋਰਾਂ ਫਰਿਸ਼ਤਿਆਂ ਨਾਲ ਇਹਦੇ ਕੰਮ ਜਿਹੜੇ ਆ ਉਹ ਉਲਟ। ਤਾਂ ਪਿਆਰੇ ਵਿਦਿਆਰਥੀਓ, ਇਹ ਸੀ ਇਸਲਾਮ ਧਰਮ ਦੇ ਜਿਹੜੇ ਥੰਮ। ਪਰੰਤੂ ਬੁਨਿਆਦ ਤੌਰ 'ਤੇ 5 ਥੰਮ ਇਹੀ ਨੇ ਕਿ ਕਲਮਾ, ਸ਼ਹਾਦਤ, ਨਮਾਜ਼, ਰੋਜ਼ਾ, ਜ਼ਕਾਤ ਅਤੇ ਹੱਜ। ਇਹ 5 ਚੀਜ਼ਾਂ ਦਾ ਕਰਨਾ ਜਿਹੜਾ ਹੈ ਇੱਕ ਮੁਸਲਿਮ ਦੇ ਲਈ ਬੜਾ ਜ਼ਰੂਰੀ ਹੈ। ਇਸ ਤੋਂ ਇਲਾਵਾ ਹੋਰ ਵੀ ਪੁਆਇੰਟਸ ਮੈਂ ਜੋ ਤੁਹਾਡੇ ਨਾਲ ਸਾਂਝੇ ਕੀਤੇ ਅੱਜ ਦੀ ਕਲਾਸ ਵਿੱਚ, ਸਿਰਫ ਇੰਨਾ ਹੀ। ਧੰਨਵਾਦ।